ਧੰਨ ਵਾਹਿਗੁਰੂ ਸਾਹਿਬ ਜੀਓ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ। ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਕਹਿ ਨਾਨਕ। ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਆਓ 14 ਨੰਬਰ ਪੌੜੀ ਦਾ ਪਾਠ ਆਪਾਂ ਹੁਣੇ ਬੜੇ ਪਿਆਰ ਸਹਿਤ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੇ ਰਾਹੀਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਮੁਬਾਰਕ ਬਾਣੀ ਦੇ ਵਿੱਚ ਸਾਨੂੰ ਕੀ ਸਮਝਾਉਣ ਦਾ ਯਤਨ ਕਰ ਰਹੇ ਨੇ। ਇਸ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਬਚਨ ਵਰਤੇ ਨੇ ਭਗਤਾਂ ਕੀ ਚਾਲ ਨਿਰਾਲੀ। ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਦੋ ਸ਼ਬਦ ਸਾਡੇ ਸਾਹਮਣੇ ਇਹਨਾਂ ਪੰਕਤੀਆਂ ਦੇ ਵਿੱਚ ਆਏ ਨੇ, ਇੱਕ ਭਗਤ ਤੇ ਚਾਲ। ਜਦੋਂ ਆਪਾਂ ਭਗਤ ਦੀ ਪਰਿਭਾਸ਼ਾ ਨੂੰ ਸਮਝਣ ਦਾ ਯਤਨ ਕਰਦੇ ਹਾਂ, ਉਸ ਇਨਸਾਨ ਨੂੰ, ਉਸ ਮਨੁੱਖ ਨੂੰ ਭਗਤ ਦਾ ਦਰਜਾ ਦਿੱਤਾ ਜਾਂਦਾ ਹੈ। ਜਿਹੜਾ ਇਨਸਾਨ, ਜਿਹੜਾ ਮਨੁੱਖ ਆਪਣੇ ਜੀਵਨ ਨੂੰ ਰੱਬੀ ਗੁਣਾਂ ਦੇ ਨਾਲ ਬਤੀਤ ਕਰਦਾ ਹੈ, ਜਿਹੜਾ ਇਨਸਾਨ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ
ਆਪਣੇ ਜੀਵਨ ਦੇ ਅੰਦਰ ਅਪਣਾ ਕਰਕੇ ਜ਼ਿੰਦਗੀ ਨੂੰ ਜਿਉਂਦਾ ਹੈ। ਜਿਵੇਂ ਆਪਾਂ 15 ਭਗਤਾਂ ਦੀ ਗੱਲ ਕਰਦੇ ਹਾਂ, ਉਹਨਾਂ 15 ਭਗਤਾਂ ਦੇ ਜਦੋਂ ਆਪਾਂ ਜੀਵਨ ਨੂੰ ਪੜ੍ਹਦੇ ਹਾਂ ਤੇ ਉਹਨਾਂ 15 ਭਗਤਾਂ ਨੇ ਆਪਣੇ ਜੀਵਨ ਨੂੰ ਰੱਬੀ ਸਿਫਤ ਸਲਾਹ ਦੇ ਵਿੱਚ ਬਤੀਤ ਕੀਤਾ। ਜਿੱਥੇ ਰੱਬੀ ਗੁਣਾਂ ਦਾ ਗੁਣਗਾਨ ਕੀਤਾ, ਉੱਥੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਇੰਪਲੀਮੈਂਟ ਕਰਕੇ ਇਸ ਜੀਵਨ ਨੂੰ ਉਹਨਾਂ ਗੁਣਾਂ ਦੇ ਆਧਾਰਿਤ ਜਿਉਣ ਦਾ ਯਤਨ ਕੀਤਾ। ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ 15 ਭਗਤਾਂ ਦੀ ਬਾਣੀ ਨੂੰ, ਜਿਹੜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਕੱਠੀ ਕੀਤੀ ਗਈ ਹੈ, ਉਸ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦੋਂ ਸੰਪਾਦਨਾ ਹੁੰਦੀ ਹੈ ਆਦਿ ਗ੍ਰੰਥ ਦੇ ਰੂਪ ਦੇ ਵਿੱਚ, ਤੇ ਸਤਿਗੁਰੂ ਜੀ ਉਹਨਾਂ ਮਹਾਨ ਭਗਤਾਂ ਦੀ, ਉਹਨਾਂ ਕ੍ਰਾਂਤੀਕਾਰੀ ਭਗਤਾਂ ਦੀ ਇਲਾਹੀ ਬਾਣੀ ਨੂੰ ਆਦਿ ਗ੍ਰੰਥ ਦੇ ਵਿੱਚ ਥਾਂ ਪਰ ਥਾਂ ਦਰਜ ਕਰਵਾਉਂਦੇ ਨੇ। ਦੂਸਰੇ ਪਾਸੇ ਸਤਿਗੁਰੂ ਜੀ ਦੇ ਕੋਲ ਹੀ ਕਾਨ੍ਹਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਵਰਗੇ ਕਵੀ ਵੀ ਆਉਂਦੇ ਨੇ, ਜਿਹੜੇ ਆਪਣੇ ਆਪ ਨੂੰ ਭਗਤ ਅਖਵਾਰੇ ਨੇ, ਪਰ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ। ਮੈਂ ਬੇਨਤੀ ਜਿਹੜੀ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਵੀ ਭਗਤ ਸ਼ਬਦ ਹੈ ਕੀ ਹੈ। ਹੁਣ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ, ਇਸ ਕਰਕੇ ਉਹ ਆਪ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚੱਲ ਕੇ ਵੀ ਆਏ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਮੁਬਾਰਕ ਬਾਣੀ, ਖਿਮਾ ਕਰਨਾ, ਉਹਨਾਂ ਦੀ ਉਸ ਬਾਣੀ ਨੂੰ ਇਸ ਮੁਬਾਰਕ ਬਾਣੀ ਦੇ ਵਿੱਚ ਦਰਜ ਕਰਨ ਤੋਂ ਮਨਾ ਕਰ ਦਿੱਤਾ ਹੈ। ਸੋ ਸਤਿਗੁਰੂ ਜੀ ਇਸ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਭਗਤਾਂ ਕੀ ਚਾਲ ਨਿਰਾਲੀ। ਜਿਹੜਾ ਭਗਤ ਹੈ ਨਾ, ਜਿਹੜਾ ਮਨੁੱਖ ਆਪਣੇ ਜੀਵਨ ਨੂੰ ਰੱਬੀ ਗੁਣਾਂ ਦੇ ਅਨੁਸਾਰ ਜਿਉਂਦਾ ਹੈ, ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਦੀ ਚਾਲ ਜਿਹੜੀ ਹੈ, ਚਾਲ ਦੇ ਇੱਥੇ ਅਰਥ ਨੇ ਜੀਵਨ ਜੁਗਤ, ਉਹਨਾਂ ਦਾ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਹੈ, ਉਹਨਾਂ ਦਾ ਜ਼ਿੰਦਗੀ ਜਿਉਣ ਦਾ ਰਵੱਈਆ ਜਿਹੜਾ ਹੈ, ਉਹ ਦੂਸਰਿਆਂ ਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਆਮ ਸੰਸਾਰ ਦੇ ਲੋਕਾਂ ਦੇ ਨਾਲੋਂ ਉਹਨਾਂ ਦਾ ਜੀਵਨ ਜਿਉਣ ਦਾ ਨਜ਼ਰੀਆ ਜਿਹੜਾ ਹੈ ਉਹ ਬਿਲਕੁਲ ਉਲਟ ਹੈ। ਉਹ ਫਿਰ ਆਮ ਸੰਸਾਰ ਦੇ ਵੱਲ ਵੇਖ ਕੇ ਆਪਣੇ ਜੀਵਨ ਨੂੰ ਨਹੀਂ ਜਿਉਂਦੇ। ਮਨੁੱਖੀ ਸੁਭਾਅ ਹੈ ਕਿ ਮਨੁੱਖ ਦੁਨੀਆ ਦੇ ਵੱਲ ਵੇਖ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਲੋਕ ਕਿਹੋ ਜਿਹਾ ਰਹਿ ਰਹੇ ਨੇ, ਲੋਕ ਕਿਵੇਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ। ਤੁਸੀਂ ਅੱਜ ਵੇਖੋ, ਜੇ ਆਪਾਂ ਅੱਜ ਦੇ ਸਮਾਜ ਦੀ ਹਾਲਾਤ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਅੱਜ ਇਨਸਾਨ ਦੇ ਦਿਮਾਗ ਦੇ ਅੰਦਰ ਆ ਗੱਲ ਜਿਹੜੀ ਹੈ ਨਾ, ਉਹ ਬਹੁਤ ਜ਼ਿਆਦਾ ਭਾਰੂ ਹੋ ਚੁੱਕੀ ਹੈ। ਅੱਜ ਮਨੁੱਖ ਉਹ ਆਪਣੀ ਹੈਸੀਅਤ ਦੇ ਮੁਤਾਬਕ ਜ਼ਿੰਦਗੀ ਬਤੀਤ ਨਹੀਂ ਕਰ ਰਿਹਾ, ਉਹ ਆਪਣੀ ਪਹੁੰਚ ਦੇ ਮੁਤਾਬਕ, ਆਪਣੇ ਆਲੇ ਦੁਆਲੇ ਦੇ ਸਾਧਨਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਨਹੀਂ ਕਰ ਰਿਹਾ, ਉਹ ਦੂਸਰਿਆਂ ਦੇ ਵੱਲ ਵੇਖ ਕੇ ਜ਼ਿੰਦਗੀ ਬਤੀਤ ਕਰ ਰਿਹਾ। ਤੇ ਇਹੋ ਜਿਹੇ ਜੀਵਨ ਦੇ ਵਿੱਚੋਂ ਫਿਰ ਉਹਨੂੰ ਸੁੱਖ ਆਰਾਮ ਨਹੀਂ ਮਿਲਦਾ। ਇਹੋ ਜਿਹੇ ਜੀਵਨ ਦੇ ਵਿੱਚੋਂ ਉਹਨੂੰ ਫਿਰ ਆਨੰਦ ਪ੍ਰਾਪਤ ਨਹੀਂ ਹੁੰਦਾ। ਇਹੋ ਜਿਹੇ ਜੀਵਨ ਦੇ ਵਿੱਚੋਂ ਮਿਲਦਾ ਕੀ ਹੈ? ਉਹਨੂੰ ਡਿਪਰੈਸ਼ਨ, ਸਟ੍ਰੈਸ, ਚਿੰਤਾਵਾਂ,
ਤੋਖਲੇ, ਡਰ, ਉਹਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹੋ ਜਿਹੇ ਜੀਵਨ ਦੇ ਵਿੱਚੋਂ ਬਤੀਤ ਹੁੰਦੀਆਂ ਨੇ, ਉਹਨੂੰ ਮਿਲਦੀਆਂ ਨੇ। ਕਾਰਨ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਆਪਣੀ ਹੈਸੀਅਤ ਦੇ ਮੁਤਾਬਕ ਨਾ ਜੀ ਕਰਕੇ ਉਹ ਦੂਸਰਿਆਂ ਦੇ ਵੱਲ ਵੇਖ ਕੇ ਉਸ ਜੀਵਨ ਨੂੰ ਬਤੀਤ ਕਰ ਰਿਹਾ ਹੈ। ਉਹ ਕਿਸੇ ਵੱਡੇ ਦੇ ਵੱਲ ਵੇਖ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ, ਆਪਣੇ ਤੋਂ ਉੱਚੇ ਸਟੇਟਸ ਵਾਲੇ ਦੇ ਵੱਲ ਵੇਖ ਕੇ ਆਪਣੇ ਜੀਵਨ ਨੂੰ ਬਤੀਤ ਕਰ ਰਿਹਾ ਹੈ। ਜੇ ਆਪਾਂ ਅੱਜ ਸਮਾਜ ਦੀ ਹਾਲਾਤ ਵੇਖੀਏ ਤੇ ਅੱਜ ਸਮਾਜ ਦੇ ਅੰਦਰ ਬੇਅੰਤ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ ਸਾਧ ਸੰਗਤ ਜੀ ਮਿਲ ਜਾਣਗੀਆਂ। ਜੇ ਅੱਜ ਮਨੁੱਖ ਕਰਜ਼ਾਈ ਹੈ, ਜੇ ਅੱਜ ਮਨੁੱਖ ਡਿਪਰੈਸ਼ਨ ਦੇ ਵਿੱਚ ਹੈ, ਜੇ ਉਹਦੇ ਮਨ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਸਹਿਮ ਹੈ, ਡਰ ਹੈ, ਤੇ ਉਹਦਾ ਰੀਜ਼ਨ ਇਹ ਹੈ ਕਿ ਉਹ ਦੂਸਰੇ ਦੇ ਵੱਲ ਵੇਖ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ, ਸੰਸਾਰ ਦੇ ਵੱਲ ਵੇਖ ਕੇ, ਦੁਨਿਆਵੀ ਲੋਕਾਂ ਦੇ ਵੱਲ। ਜੇ ਉਹ ਅੱਜ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਉਹਦਾ ਕਾਰਨ ਇਹ ਹੈ ਵੀ ਉਹਨੇ ਜਦੋਂ ਆਪਣੇ ਧੀ ਜਾਂ ਪੁੱਤਰ ਦਾ ਆਨੰਦ ਕਾਰਜ ਕੀਤਾ, ਉਹਨੇ ਆਪਣੀ ਹੈਸੀਅਤ ਨੂੰ ਨਹੀਂ ਵੇਖਿਆ, ਉਹਨੇ ਦੂਸਰੇ ਦੇ ਵੱਲ ਵੇਖਿਆ ਵੀ ਉਹਨੇ ਆਪਣੇ ਧੀ ਜਾਂ ਪੁੱਤਰ ਦੇ ਆਨੰਦ ਕਾਰਜ ਦੇ ਉੱਤੇ ਜੇ ਇੰਨੇ ਲੱਖ ਰੁਪਈਆ ਲਾਇਆ ਤੇ ਮੈਂ ਵੀ ਲਾਵਾਂਗਾ, ਭਾਵੇਂ ਮੈਨੂੰ ਕਰਜ਼ਾ ਚੁੱਕ ਕੇ ਕਿਉਂ ਨਾ ਲਾਣਾ ਪਵੇ, ਭਾਵੇਂ ਮੈਨੂੰ ਜ਼ਮੀਨ ਗਹਿਣੇ ਰੱਖ ਕੇ ਇਹ ਕੰਮ ਕਰਨਾ ਪਵੇ, ਭਾਵੇਂ ਮੈਨੂੰ ਦੁਕਾਨ ਦੇ ਉੱਤੇ ਲੋਨ ਲੈਣਾ ਪਵੇ, ਭਾਵੇਂ ਮੈਨੂੰ ਕਿਸੇ ਵੀ ਪ੍ਰਕਾਰ ਦਾ ਕੰਮ ਕਰਨਾ ਪਵੇ, ਪਰ ਇੱਕ ਵਾਰੀ ਮੈਂ ਬੱਲੇ ਬੱਲੇ ਜਿਹੜੀ ਹੈ ਉਹ ਕਰਾ ਦੇਣੀ ਹੈ। ਹੁਣ ਇਹ ਚੀਜ਼ ਅੱਜ ਤੁਸੀਂ ਵੇਖੋ ਵੀ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਕਿਸਾਨ ਜਿਹੜੇ ਨੇ, ਕਿਸਾਨ ਵੀਰ, ਕਿਸਾਨ ਭਰਾ, ਉਹ ਆਤਮ ਹੱਤਿਆਵਾਂ ਕਰ ਰਹੇ ਨੇ। ਉਹਦਾ ਕਾਰਨ ਇਹ ਹੈ, ਪੰਜਾਬ ਦੇ ਵਿੱਚ ਤਾਂ ਐਸਾ ਮਾਹੌਲ, ਇੱਕ ਟ੍ਰੈਂਡ ਚੱਲ ਪਿਆ ਵੀ ਬੜਾ ਵਧੀਆ ਤੇ ਬੜਾ ਵਧੀਆ ਤੇ ਫਸਟ ਕਲਾਸ ਵਿਆਹ ਜਿਹੜਾ ਹੈ ਉਹ ਪਿੰਡ ਦੇ ਵਿੱਚ ਹੋ ਸਕਦਾ ਹੈ, ਪਰ ਇਹ ਟ੍ਰੈਂਡ ਚੱਲ ਪਿਆ ਵੀ ਨਹੀਂ, ਜੇ ਗਵਾਂਢੀਆਂ ਨੇ ਵਿਆਹ ਆਪਣੇ ਬੱਚੇ ਦਾ ਪੈਲਸ ਦੇ ਵਿੱਚ ਕੀਤਾ ਹੈ ਕੋਈ 30-40 ਲੱਖ ਰੁਪਈਆ ਲਾ ਕੇ, ਤੇ ਮੈਨੂੰ ਵੀ ਭਾਵੇਂ ਕਿੱਲਾ ਇੱਕ ਵੇਚਣਾ ਪੈ ਜਾਵੇ, ਗਹਿਣੇ ਪਾਣਾ ਪੈ ਜਾਵੇ, ਪਰ ਮੈਂ ਵੀ ਇੱਕ ਵਾਰੀ ਗਵਾਂਢੀਆਂ ਦੀਆਂ ਨਾਸਾਂ ਬੰਦ ਕਰਾ ਦੇਣੀਆਂ ਨੇ, ਉਹਨਾਂ ਦੀਆਂ ਨਾਸਾਂ ਦੇ ਵਿੱਚੋਂ ਧੂਏ ਕਢਾ ਦੇਣੇ ਨੇ, ਉਹਨਾਂ ਦੀ ਜ਼ੁਬਾਨ ਤੋਂ ਇਹ ਗੱਲਾਂ ਕਰਨੀਆਂ ਲਾ ਦੇਣੀਆਂ ਨੇ ਵੀ ਫਲਾਣੇ ਨੇ ਵਿਆਹ ਜਿਹੜਾ ਕੀਤਾ ਹੈ ਉਹ ਕਿਸੇ ਤੋਂ ਵੱਧ ਚੜ੍ਹ ਕੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਨੂੰ ਡਿਪਰੈਸ਼ਨ ਤੇ ਕਰਜ਼ਾਈ ਕਰ ਰਹੀਆਂ ਨੇ, ਚਿੰਤਾਵਾਂ ਦੇ ਵਿੱਚ ਪਾ ਰਹੀਆਂ ਨੇ। ਮੈਂ ਬੇਨਤੀ ਕਰ ਰਿਹਾ ਸੀ, ਅਜੋਕਾ ਮਨੁੱਖ ਜਿਹੜਾ ਹੈ ਉਹ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਆਪਣੀ ਹੈਸੀਅਤ ਦੇ ਮੁਤਾਬਕ ਨਹੀਂ, ਉਹ ਆਪਣੇ ਤੋਂ ਕਿਸੇ ਉੱਚੇ ਦੇ ਸਟੇਟਸ ਨੂੰ ਵੇਖ ਕੇ ਜੀਵਨ ਬਤੀਤ ਕਰ ਰਿਹਾ। ਤੇ ਮੈਂ ਇਹ ਬੇਨਤੀ ਕਰਾਂ ਵੀ ਵੇਖੋ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿੱਡੇ ਪਿਆਰੇ ਸਾਡੇ ਸਾਹਮਣੇ ਪੂਰਨੇ ਪਾਏ ਨੇ। ਸਤਿਗੁਰੂ ਜੀ ਜੇ ਭਾਈ ਲਾਲੋ ਦੇ ਘਰ ਜਾਂਦੇ ਨੇ ਤੇ ਉਹ ਮਹਜ਼ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਮੀਰ ਤੇ ਗਰੀਬ ਦਾ ਇੱਕ ਵਿਤਕਰਾ ਜਿਹੜਾ ਹੈ ਉਹ ਸੰਸਾਰ ਦੇ ਵਿੱਚੋਂ, ਸਮਾਜ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਨੇ। ਇਹਨਾਂ ਘਟਨਾਵਾਂ ਨੂੰ ਆਪਾਂ ਬੜਿਆਂ ਪੱਖਾਂ ਤੋਂ ਵਿਚਾਰ ਸਕਦੇ ਹਾਂ, ਸਮਝ ਸਕਦੇ ਹਾਂ। ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਾਲੋ ਦੇ ਘਰ ਜਾ ਰਹੇ ਨੇ ਤੇ ਉਹ ਇੱਕ ਬੜਾ ਪਿਆਰਾ ਉਪਦੇਸ਼ ਸਾਨੂੰ ਦੇ ਰਹੇ ਨੇ ਕਿ ਦੋਸਤੀ ਜਿਹੜੀ ਹੈ ਉਹ ਹਮੇਸ਼ਾ ਆਪਣੇ ਤੋਂ ਨੀਵੇਂ ਦੇ ਨਾਲ ਰੱਖੀ। ਹੈਸੀਅਤ ਨੂੰ ਵੇਖਣਾ ਤੇ ਆਪਣੇ ਤੋਂ ਨੀਵੇਂ ਦੀ ਹੈਸੀਅਤ ਨੂੰ ਵੇਖੀ। ਜਿੱਦਣ ਤੂੰ ਆਪਣੇ ਤੋਂ ਨੀਵੇਂ ਦੀ ਹੈਸੀਅਤ ਨੂੰ ਵੇਖਿਆ, ਉਦਣ ਫਿਰ ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹੇਗੀ, ਤੇਰੇ ਮਨ 'ਚ ਸਹਿਮ ਨਹੀਂ ਰਹੇਗਾ, ਡਰ ਨਹੀਂ ਰਹੇਗਾ, ਤੋਖਲਾ ਨਹੀਂ ਰਹੇਗਾ। ਜੇ ਸਤਿਗੁਰੂ ਜੀ ਬਾਣੀ ਦੇ ਵਿੱਚ ਇਹ ਗੱਲ ਕਹਿ ਰਹੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ,
तिथे नीच समाधियन जिथे नदर तेरी बख्शीश। सतगुरु जी ये गल कह रहे ने भी नानक दा जिहड़ा संग साथ है वो नीवियां दे नाल है। ते साध संगत जी एक बड़ा वड्डा मैसेज है साडे लई कि असी अपनियां तो वेखो इंसान दा एक सुभाव है, मनुख अपने तो उच्चे हैसियत वाले दे नाल दोस्ती करनी, रिश्तेदारी करनी, यारी करनी, वो बड़ा अपने आप दे विच इस गल नूं प्राउड महसूस करता है। अपने तो उच्चे हैसियत वाले दे नाल। पर इकल्ले गुरु नानक साहिब जी महाराज एक ऐसी शख्सियत ने ਜਿਹੜੇ अपने आप नूं नीवियां दे विच बिठा के भी ये गल कहंदे ने, नानक तिन कै संग साथ वड्डियां स्यों क्या रीस। सो सतगुरु जी सानूं मैसेज दे रहे कि जे सुखी जीवन नूं बतीत करना है तो अपने तो वड्डे दी हैसियत नूं वेख के जीवन ना बतीत कर, कदे अपने तो नीवियां वाल भी झात मार के वेख, कदे उन्हां लोकां दे वल भी झात मार के वेख जेड़े तेरे तो नीवे ने, जेड़े तेरे तो थल्ले हैसियत दा जीवन बतीत कर रहे हैं। खैर गल कर रहे सन, सतगुरु जी कहते ने आम करके मनुख जिहड़ा है वो इस संसार नूं वेख के संसार दे मुताबिक चलता है, पर जेड़े भगत ने ना, जेड़े रब दे प्यारे ने, जिन्हां नूं उस अकाल पुरख परमात्मा दे निज़मां दी समझ आ जाती है, जिन्हां नूं गुणां दा ज्ञान हो जाता है, फिर सतगुरु जी कहण लगे उन्हां दी चाल, उन्हां दी जीवन जुगत वो फिर सारी दुनिया दे नालों वखरी है। भगतां की चाल निराली, निराली दे अर्थ ने वखरी, उन्हां दी जीवन जुगत फिर दुनिया वर्गी नहीं, फिर वो लोकां दे वल वेख के काम नहीं करते, लोकां दे वल वेख के नहीं, फिर वो काम करते ने जेड़े काम निज़मां दे तहत ने, जेड़े किसी सिस्टम दे विच आउंदे ने, जेड़े सच दे उत्ते आधारित ने। मैं एक छोटी जी एग्जाम्पल दे देवां, करोना महामारी जिसने समुची दुनिया नूं प्रभावित किया, ते भारत के अंदर इहो जे बयान जिहड़े सन वो दिते गए, कदे थालियां वजाओ, कदे तालियां वजाओ, कदे मोमबत्तियां जगाओ, कदे कुछ करो। खैर बड़े बड़े बाणी पढ़न वाले लोग भी जिहड़े सन उन्होंने एक काम किया, जिहड़े दावे करते सन ना भी असी बाणी बड़ी पढ़ते हैं, उन्होंने भी एक काम किया। इहदा साइंटिफिक रीजन उन्होंने विचारन का यतन ही नहीं किया भी इहदे पिछे की साइंटिफिक कारण है, क्यों वजाणियां ने, लॉजिक की है कि ये वजाउण दे नाल करोना जिहड़ा है वो भज जाएगा। सो मैं बेनती कर रहा सी, जदों उन्हां बाणी पढ़न वालियां नूं पुछया गया भी तुसी भी लोकां दे पिछे लग के ये कर्म जिहड़ा सी ये मूर्खता वाला करदे रहे, ते अगों जवाब सी की करिए भाई साहब जी, थोड़ी बहुत दुनियाचारी जिहड़ी है वो लोकाचारी जिहड़ी है वो निभाउणी पैंदी है, वेख के सोसाइटी दे विच रहना पैंदा है, इहो जिहा काम करना पैंदा है। हुण सतगुरु जी जिहड़ी गल कह रहे हैं, सतगुरु जी कहण लगे भगतां की चाल निराली। जे वाकई भगत है ना, जिन्होंने वाकई सच की समझ लग गई है, गुणां दा पता लग गया, ओहदी जिहड़ी जीवन जुगत है वो दुनिया दे नालों वखरी है, निराली। वो फिर दुनिया नूं वेख के अपनी जिंदगी दे कर्म नहीं करता, वो अपनी हैसियत सच रब्बी निज़मां नूं, कुदरत दे उस सिस्टम नूं वेख के अपने जीवन दे अंदर वो अपने कर्म जिहड़े ने वो करता है। इसे करके बाणी नूं इह गल कहनी पई, भगतां तैं संसारियां जोड़ कदे ना आया। भगता ते संसारी मनुख दा कदे आपस दे विच विचारा करके, इत्थे जोड़ कदे ना आया ते भावे नहीं भी उस शरीर करके किते इकट्ठे नहीं बैठते या एक दूसरे दियां वो अपने
ਪੱਗਾਂ ਲਾਹਣ ਨੂੰ ਉਹ ਜਾਂਦੇ ਨੇ, ਐਸਾ ਨਹੀਂ ਹੈ। ਇੱਥੇ ਵਿਚਾਰਾਂ ਕਰਕੇ ਉਹਨਾਂ ਦਾ ਕਦੇ ਵੀ ਆਪਸੀ ਮੇਲ ਨਹੀਂ ਬਣਿਆ, ਕਿਉਂਕਿ ਸੰਸਾਰੀ ਬੰਦੇ ਦੀ ਵਿਚਾਰ ਕੁਝ ਹੋਰ ਹੈ ਤੇ ਨਿਰੰਕਾਰੀ ਬੰਦੇ ਦੀ ਵਿਚਾਰ ਜਿਹੜੀ ਹੈ ਉਹ ਕੁਝ ਹੋਰ ਬਣ ਜਾਂਦੀ ਹੈ। ਬਾਣੀ ਦੇ ਨਾਲ, ਬਾਣੀ ਨੂੰ ਪੜ੍ਹ ਕੇ ਵਿਚਾਰਨ ਵਾਲੇ ਦੀ ਵਿਚਾਰ ਕੁਝ ਹੋਰ ਬਣੇਗੀ ਤੇ ਜਿਹਨੇ ਕੇਵਲ ਬਾਣੀ ਦੇ ਰੱਟੇ ਮਾਰੇ ਨੇ ਫਿਰ ਉਹਦੀ ਵਿਚਾਰ ਜਿਹੜੀ ਹੈ ਉਹ ਕੁਝ ਹੋਰ ਬਣੇਗੀ। ਇਹੀ ਕਾਰਨ ਹੈ, ਬੜੀਆਂ ਘਟਨਾਵਾਂ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦਾ ਆਪਣੇ ਪਿਤਾ ਜੀ ਦੇ ਨਾਲ ਕਾਫੀ ਗੱਲਾਂ ਦੇ ਉੱਤੇ ਮਤਭੇਦ ਰਹਿੰਦਾ ਹੈ। ਆਪਾਂ ਇਤਿਹਾਸ ਦੀਆਂ ਪੰਨਿਆਂ ਚੋਂ ਪੜ੍ਹਦੇ ਹਾਂ ਤੇ ਉਹਦਾ ਰੀਜ਼ਨ ਇਹ ਹੈ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਿਰੰਕਾਰੀ ਵਿਚਾਰਧਾਰਾ ਨੂੰ ਆਪਣੇ ਜੀਵਨ 'ਚ ਲੈ ਕੇ ਚੱਲ ਰਹੇ ਨੇ ਤੇ ਮਹਿਤਾ ਕਲਿਆਣ ਦਾਸ ਜੀ ਜਿਹੜੇ ਨੇ ਉਹ ਸੰਸਾਰੀ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਚੱਲ ਰਹੇ ਨੇ। ਜਿੱਦਣ ਮਹਿਤਾ ਕਲਿਆਣ ਦਾਸ ਜੀ ਨੇ ਨਿਰੰਕਾਰੀ ਵਿਚਾਰਧਾਰਾ ਨੂੰ ਆਪਣੇ ਜੀਵਨ 'ਚ ਅਖੀਰਲਿਆਂ ਦਿਨਾਂ ਦੇ ਵਿੱਚ ਅਪਣਾਇਆ ਹੈ, ਉਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉਹ ਸਿੱਖ ਬਣ ਗਏ ਨੇ। ਪਹਿਲਾਂ ਪਿਓ ਸਨ, ਫਿਰ ਬਾਅਦ 'ਚੋਂ ਸਿੱਖ ਬਣ ਗਏ। ਇਹੀ ਗੱਲ ਭਗਤ ਕਬੀਰ ਸਾਹਿਬ ਜੀ ਨੇ ਕਹੀ ਹੈ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਉਹ ਕਹਿਣ ਲੱਗੇ ਜਦੋਂ ਮੈਂ ਇੱਕ ਦੀ ਗੱਲ ਕੀਤੀ ਨਾ, ਜਦੋਂ ਮੈਂ ਸੱਚ ਦੀ ਗੱਲ ਕੀਤੀ, ਜਦੋਂ ਮੈਂ ਰੱਬੀ ਨਿਯਮਾਂ ਦੀ ਗੱਲ ਕੀਤੀ ਤੇ ਲੋਕਾਂ ਨੂੰ ਬੜਾ ਦੁੱਖ ਲੱਗਾ। ਜਦੋਂ ਮੈਂ ਇਹ ਕਿਹਾ ਨਾ ਵੀ ਰੱਬ ਇੱਕ ਹੈ ਤੇ ਜਿਨ੍ਹਾਂ ਨੇ ਥਾਂ ਥਾਂ ਤੇ ਰੱਬ ਬਣਾ ਦਿੱਤੇ ਸਨ, ਖੜੇ ਕਰ ਦਿੱਤੇ ਸਨ, ਉਹਨਾਂ ਨੂੰ ਬੜਾ ਦੁੱਖ ਲੱਗਾ। ਸਾਧ ਸੰਗਤ ਜੀ, ਅੱਜ ਵੀ ਤੁਸੀਂ ਵੇਖੋ, ਹੁਣ ਜਿਹੜੇ ਥਾਂ ਥਾਂ ਤੇ ਰੱਬ ਬਣਾ ਕੇ, ਮੜੀਆਂ ਬਣਾ ਕੇ ਰੱਬ ਸਮਝ ਕੇ ਪੂਜ ਰਹੇ ਨੇ, ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਵੀ ਰੱਬ ਤਾਂ ਇੱਕ ਹੈ, ਜਦੋਂ ਉਹਨਾਂ ਨੂੰ ਤੁਸੀਂ ਸੱਚ ਦੀ ਗੱਲ ਦੱਸੋਗੇ, ਉਹ ਸੁਭਾਵਿਕ ਗੱਲ ਹੈ ਤੁਹਾਡਾ ਵਿਰੋਧ ਕਰਨਗੇ, ਉਹ ਜਾਂ ਤੁਹਾਡੇ ਤੋਂ ਖਫਾ ਹੋ ਜਾਣਗੇ। ਭਗਤ ਕਬੀਰ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦਾ ਪ੍ਰੈਕਟੀਕਲ ਸਾਡੇ ਨਾਲ ਸ਼ੇਅਰ ਕੀਤਾ ਹੈ। ਉਹ ਕਹਿਣ ਲੱਗੇ ਜਦੋਂ ਮੈਂ ਇੱਕ ਦੀ ਗੱਲ ਕੀਤੀ ਤੇ ਲੋਕ ਜਿਹੜੇ ਸਨ ਉਹ ਮੇਰੇ ਬਰਖਿਲਾਫ ਹੋ ਗਏ ਜਦੋਂ ਮੈਂ ਸੱਚ ਕਿਹਾ, ਪਰ ਉਹ ਕਹਿਣ ਲੱਗੇ ਮੈਨੂੰ ਪਰਵਾਹ ਨਹੀਂ ਹੈ ਇਸ ਗੱਲ ਦੀ, ਕਿਉਂਕਿ ਮੈਂ ਹੁਣ ਲੋਕਾਂ ਨੂੰ ਵੇਖ ਕੇ ਨਹੀਂ ਚੱਲਦਾ, ਹੁਣ ਮੈਂ ਆਪਣੇ ਜੀਵਨ ਦੇ ਅੰਦਰ ਰੱਬੀ ਨਿਯਮਾਂ ਨੂੰ ਤੇ ਮੈਂ ਸੱਚ ਨੂੰ ਵੇਖ ਕੇ, ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਵੇਖ ਕੇ ਆਪਣੇ ਜੀਵਨ ਨੂੰ ਮੈਂ ਬਤੀਤ ਕਰਦਾ। ਤੇ ਉਹਨਾਂ ਨੇ ਬਚਨ ਵਰਤਿਆ, ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ, ਹਮ ਆਪਤੈ ਆਪਣੀ ਪਤ ਕੋਈ। ਸੋ ਭਗਤ ਕਬੀਰ ਸਾਹਿਬ ਜੀ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ, ਉਹ ਕਹਿੰਦੇ ਜਦੋਂ ਮੈਂ ਇੱਕ ਦੀ ਗੱਲ ਕੀਤੀ ਤੇ ਲੋਕ ਪਤਾ ਕੀ ਕਹਿੰਦੇ ਨੇ, ਲੋਕ ਕਹੇ ਕਬੀਰ ਬੋਰਾਨਾ, ਪਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੈਨੂੰ ਪਰਵਾਹ ਨਹੀਂ ਹੈ ਇਸ ਗੱਲ ਦੀ ਲੋਕ ਮੇਰੇ ਬਾਰੇ ਕੀ ਕਹਿ ਰਹੇ ਨੇ, ਕਿਉਂਕਿ ਮੈਂ ਲੋਕਾਂ ਨੂੰ ਵੇਖ ਕੇ ਹੁਣ ਚੱਲਦਾ ਹੀ ਨਹੀਂ। ਹੁਣ ਮੈਂ ਤਾਂ ਆਪਣੇ ਜੀਵਨ ਦੇ ਅੰਦਰ ਆਹ ਗੱਲ ਵਸਾਲੀ ਹੈ, ਅਬ ਹਮ ਚੱਲੀ ਠਾਕੁਰ ਪਹਿਹਾਰ। ਬਾਣੀ ਨੇ ਕਿੰਨੀ ਪਿਆਰੀ ਗੱਲ ਸਾਨੂੰ ਕਹੀ ਹੈ। ਕਾਸ਼ ਅਸੀਂ ਆਪਣੇ ਜੀਵਨ ਦੇ ਅੰਦਰ ਇਹ ਗੱਲ ਵਸਾ ਲਈਏ ਤੇ ਫਿਰ ਖਿਮਾ ਕਰਨਾ, ਅਸੀਂ ਲੋਕਾਂ ਦੇ ਵੱਲ ਵੇਖ ਕੇ ਨਹੀਂ ਤੁਰਾਂਗੇ। ਅੱਜ ਖਿਮਾ ਕਰਨਾ ਸਾਨੂੰ ਚਿੰਤਾਵਾਂ ਨੇ, ਜੇ ਆ ਨਾ ਕੀਤਾ ਤੇ ਲੋਕ ਕੀ ਕਹਿਣਗੇ, ਜੇ ਆ ਨਾ ਕੀਤਾ ਤੇ ਲੋਕ ਕੀ ਕਹਿਣਗੇ। ਸਾਡੇ ਪਰਿਵਾਰਾਂ 'ਚ ਹੁੰਦੇ ਨੇ ਨਾ ਜਦੋਂ ਆਨੰਦ ਕਾਰਜ, ਤੇ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ, ਜਾਂ ਕੋਈ ਹੋਰ ਪਰਿਵਾਰਾਂ 'ਚ ਫੰਕਸ਼ਨ ਹੁੰਦੇ ਨੇ, ਹੋਰ ਅਸੀਂ ਆਮ ਕਰਕੇ ਇੱਕ ਗੱਲ ਕਹਿੰਦੇ ਹਾਂ ਵੀ ਅਸੀਂ ਸਮਾਜਿਕ ਜੀਵ ਆ। ਕੋਈ ਸ਼ੱਕ ਨਹੀਂ ਅਸੀਂ ਸਮਾਜਿਕ ਜੀਵ ਹਾਂ, ਪਰ ਇਹਦਾ ਕਾਰਨ ਇਹ ਨਹੀਂ ਵੀ ਅਸੀਂ ਲੋਕਾਂ ਦੇ ਵੱਲ ਵੇਖ ਕੇ ਆਪਣੇ ਸਿਧਾਂਤਾਂ ਤੋਂ ਥਿੜਕ ਜਾਣਾ, ਬਲਕਿ ਬਾਣੀ ਤਾਂ ਇਹ ਗੱਲ ਕਹਿੰਦੀ ਹੈ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਵਡਿਆਈ ਉਪਮਾ ਤੇ ਵੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਹੁਣ ਮੈਨੂੰ ਕੋਈ ਚੰਗਾ ਕਹਿ ਰਿਹਾ, ਕੋਈ ਬੁਰਾ ਕਹਿ ਰਿਹਾ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ, ਕਿਉਂਕਿ ਮੈਂ ਲੋਕਾਂ ਦੇ ਮੁਤਾਬਕ ਨਹੀਂ ਚੱਲਦਾ, ਮੈਂ ਲੋਕਾਂ ਨੂੰ ਵੇਖ ਕੇ ਨਹੀਂ ਚੱਲਦਾ। ਤੇ ਗੁਰੂ ਅਰਜਨ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ ਹੈ, ਉਹ ਕਹਿੰਦੇ ਨੇ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਉਹਨਾਂ ਦਾ ਸ਼ਬਦ ਹੈ, ਇਸ ਸ਼ਬਦ ਨੂੰ ਕਦੇ ਵਿਚਾਰਿਓ, ਪੜ੍ਹਿਓ, ਤੇ ਬੜੀ ਪਿਆਰੀ ਗੱਲ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਨੇ। ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਸਾਨੂੰ ਸੁਸਾਇਟੀ ਦੇ ਵਿੱਚ ਰਹਿ ਕੇ ਨਾ ਚਾਹੁੰਦਿਆਂ ਵੀ ਇਹ ਕੰਮ ਕਰਨੇ ਪੈਂਦੇ ਨੇ,
इस शब्द ਨੂੰ मैं बेनती करांगा भी जरूर पढ़ियो। साच नाम मेरा मन लागा, लोगन स्यो मेरा ठाठा बागा। गुरु अर्जन साहब जी कहते ने मैं लोगों के नाल वरतों विहार रखिया है, पर यह नहीं भी अन्ने वाह जिधर नूं लोग तुर पे उधर नूं अखां बंद करके तुर पिया। सतगुरु जी कह लगे जिन्नी को लोड़ है मैं उन्ना को वरतों विहार रखे, जिन्नी को मेरे सिद्धांत मैनू प्रवानगी देंदे ने। मैं ते हैरान रह जाना भी कदे आपां गुरु नानक साहब जी का जीवन पढ़ते तो बड़ी वारावां, पर इस तो असीं प्रेरणा कदे नहीं लई। हुण सतगुरु जी जगन्नाथपुरी की धरती ते जांदे ने, जगन्नाथपुरी की धरती ते जांदे ने, उत्थे पांडे जिहड़े ने वो आरती कर रहे ने, सतगुरु जी नूं इनवाइट करते हैं। गुरु साहब जी कह लगे क्यों नहीं आवांगे, भी सारियां थावां ते रब है। हुण सतगुरु जी मंदिर च जांदे ने, मंदिर तक पहुंच जाते हैं गुरु नानक साहब जी महाराज। वरतों विहार वेखियो गुरु नानक साहब जी का। सतगुरु जी बिल्कुल उस थां तक पहुंच जाते हैं जिथे पांडियां दे वल्लों आरती जिहड़ी है वो थाली घुमाई जा रही है। सतगुरु जी नूं जदों वो थाली देन लगदे ने ते गुरु नानक साहब जी इस सिद्धांत तो मना कर देंदे ने। सतगुरु जी कहंदे ने नहीं, ये तुहानू मुबारक है, तुसी मैनू इनवाइट किया, मैं रब दे जी समझ के तुहाडे विच आके खलो गया, क्योंकि मेरे मन च कोई वितकरा नहीं है, मैं तो सब में जोत जोत है सोई की गल करदा। तुसी मैनू मंदिर च आउण लई कहा ते मैनू कोई परवाह नहीं सी, क्योंकि मैं ये गल दा हामी हाँ कि सारियां थावां ते वो परमात्मा है, ये भी धरती उस रब दी है। हुण जे तुसी मैनू कहोगे भी ये थाली घुमाउणी है, तो सतगुरु जी कह लगे नहीं, ये मेरे सिद्धांतों के अनुकूल नहीं। सो मैं बेनती कर रहा भी वेखो किड्डे प्यारे सिद्धांत दिते ने। सतगुरु जी ने वरतों विहार दुनिया के नाल रखिया है, वरतों विहार रखे। ये नहीं भी गुरु साहब जी ने कोई नफरत की है, कोई वरतों विहार छड़ दिता है। गुरु साहब जी ने रखिया है, पर उन्हां को जिन्ने को सिद्धांत प्रवानगी देंदे ने। पर अज खिमा करना अजोका सिख जिहड़ा है वो दुनिया का मूँह तो रखना चाहता है, पर वो गुरु के वलों बेमुख हो जाता है। वो सारे सिद्धांत शिक्के ते टंग के भी वो दुनिया को खुश करना चाहता है। वो खुश करना चाहता है भी जे नशे की वरतों ना की तो मामा की कवेगा, मासड़ की कवेगा, फुफड़ की कवेगा, ताया की कवेगा, चाचा की कवेगा। कदे भी सिख ने यह नहीं कहा भी जे मैं अपने किसी कारज दे विच नशे की वरतों करदा तो मैनू गुरु नानक साहब की कवेगा, जे मैं आ कर्म कर रहा तो मैनू गुरु गोबिंद सिंह जी महाराज की कवेगा, मैनू गुरु तेग बहादुर साहब जी महाराज की कवेगा, मैनू गुरु अर्जन साहब जी महाराज की कवेगा। सो सतगुरु जी ने एक गल सानू समझाई है। गुरु साहब जी कह लगे भी जेडे भगत ने ना उन्हां दा जीवन जीवन का ढंग जिहड़ा है वो दुनिया के नालों वखरा है। फिर वो दुनिया के पिछे लग के अपने जीवन नूं नहीं बतीत करते। लोग उन्हां दे प्रथाए जो कुछ मर्जी कहते रहन, जो कुछ मर्जी लोग उन्हां नूं कहण। ते सतगुरु जी बचन वरतते ने, भगतां की चाल निराली, चाला निराली भगतां केरी विखम मार्ग चलना। गुरु साहब जी कह लगे जिहड़ी भगतां की जीवन जुगत है वो दुनिया के नालों वखरी है, तो ये वखरी इन्नी कु है भी इस रस्ते के उत्ते चलना जिहड़ा है वो बहुत औखा है। ये रस्ता जिहड़ा है ना ये बड़ा औखा रस्ता है। सच का मार्ग जिहड़ा है, गुणा वाली जिंदगी का मार्ग जिहड़ा है ये कोई सौखा मार्ग नहीं है। वेखो सच के मार्ग के उत्ते चलदियां जेलां भी कटणियां पईयां, उन्होंने तत्तियां तवियां ते बैठना पिया, उन्होंने तत्ती रेत जिहड़ी है वो अपने सीस दे विच पाउणी पई, उन्होंने उबलदियां देगां दे विच उबालना पिया, अपना घर घाट सब कुछ जिहड़ा है उन्होंने दाऽ ते लाना पिया, पर उन्होंने सच का मार्ग नहीं छड्डिया। ये साडा इतिहास है साध संगत जी। इस करके सच का मार्ग जिहड़ा है वो बहुत औखा है। सतगुरु जी कह लगे इहो जिहा इन्ना आसान मार्ग नहीं है। इसे करके गुरु नानक साहब जी महाराज ने पहली कसवटी ये रखी सी, जो तो प्रेम खेलन का चाओ सिर धर तली,
गली मेरी आओ। इत मार्ग पैर धरीजै सिर दीजै कान ना कीजै। इस मार्ग के उत्ते चलन वालियां नूं गुरु ने यह होका दिता सी, गगन दमामा बाजिओ परियो निशाने घाओ, खेत जो मांडियो सूरमा अब जूझन को दाओ, सूरा सो पहचानिए जो लरै दीन के हेत, पुरजा पुरजा कट मरै कबू ना छाड़ै खेत। सो इस सच दे मार्ग का हामी बनना, पांधी बनना, सतगुरु जी कह लगे हारी सारी दे वस की गल नहीं है। बड़े दुनी चंद वर्गे जेड़े ने वो इस मार्ग तो लांभे हो जाया करते हैं। बड़े ऐसे लोग ने जेड़े इस सच के मार्ग तो थिड़क जाया करते हैं। तो गुरु साहब जी ने बख्शिश की है, चालां निराली भगतां केरी बिखम मार्ग चलना, लाभ लोभ अहंकार तज तृष्णा बहुत ना ही बोलना। सतगुरु जी कह लगे ये मार्ग दे उत्ते चलदियां तेनू लालच, हंकार, तृष्णा जिहड़ी है ये सारी त्यागनी पवेगी, तजनी पवेगी। बहुत ना ही बोलना, बहुत ना ही बोलना दे अर्थ ने कि फिर तेनू अपनी बहुती प्रशंसा जिहड़ी है वो अपने मूँह करन दी लोड़ नहीं, वडियाई करन दी लोड़ नहीं है। फिर भावें कोई तेरे प्रति किहो जे भी ख्यालात रखता है, तेनू एक्सप्लेन करन दी जरूरत नहीं है। तू सच दे मार्ग दे उत्ते तुरिया रह। सतगुरु जी कह लगे फिर इस मार्ग दे उत्ते चलदियां तेनू अपनी वडियाई आप करन दी जरूरत नहीं। जे सच दे मार्ग दे उत्ते तुरेगा लोग तेरियां वडियाइयां करनगे। जेड़े तुरे ने उन्हां दा आपां जीवन पढ़दे हां, लोग उन्हां दियां वडियाइयां करदे ने। साहिबजादे दियां वडियाइयां अज समूचा विश्व करदा है। गुरु नानक साहिब जी महाराज नूं धन गुरु नानक अज समूचा विश्व ये गल कहण दे लई मजबूर हो जाता है, कहो नानक सब तेरी वडियाई कोई नाम ना जाने मेरा है। सब ते वड्डा सतगुरु नानक जिन कल राखी मेरी। सो गुरु साहब जी कहते ने इस मार्ग के उत्ते चलण लगिया तेनू अपने जीवन दे विचों लालच, हंकार, तृष्णा ते अपनी प्रशंसा जिहड़ी है, अपनी वडियाई जिहड़ी है ये छड्डनी पवेगी। जे तेरे जीवन च हंकार है, लालच है, तो फिर तू कदे भी सच दे मार्ग का पांधी नहीं बन सकता। पता नहीं कदों लालच ने तेनू उस मार्ग तो डेग देना है, उस रस्ते तो पटका देना है। वेखो भावें अज आपां गुरु नानक साहिब जी महाराज के उस महान साथी भाई मरदाना जी का जदों आपां जिक्र करते हैं तो खिमा करना साडियां साखीकारां ने उन्होंने एक लालची जिहा ही पेश किया है, उन्होंने एक भुखा जिहा पेश किया है।